ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕਰਾਣ ਚੈਨਲ ਪੰਜਾਬੀ ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਵਿੰਦਰ ਸਿੰਘ ਰਾਏਪੁਰ ਮੌਜੂਦ ਨੇ। ਗੱਲਬਾਤ ਸ਼ੁਰੂਆਤ ਕਿਸਾਨੀ ਅੰਦੋਲਨ ਦੀ ਨੈਤਿਕ ਤੌਰ ਦੇ ਉੱਤੇ ਜਿਹੜੀ ਉਹ ਜਿੱਤ ਹੋਈ ਹੈ, ਜਦੋਂ ਅਕਾਲੀ ਦਲ ਬਾਦਲ ਨੇ ਆਪਣੇ ਪੈਰ ਪਿਛਾਂ ਖਿੱਚੇ ਨੇ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਕਿਸਾਨਾਂ ਦੇ ਨਾਲ ਬਹਿ ਕੇ ਗੱਲਬਾਤ ਕਰਾਂਗੇ। ਰਾਜੇਵਾਲ ਸਾਹਿਬ ਦਾ ਵੀ ਇਹਦੇ ਉੱਤੇ ਬਿਆਨ ਸਾਹਮਣੇ ਆਇਆ। ਤਮਾਮ ਸਿਆਸੀ ਪਾਰਟੀਆਂ ਇਸ ਘੇਰੇ ਵਿੱਚ ਇਸ ਕਰਕੇ ਆਉਂਦੀਆਂ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਕਿੱਦਾਂ ਬਣਾਇਆ ਜਾਵੇ। ਹੁਣ ਕਿਸਾਨ ਅੱਗੋਂ ਕੀ ਰਣਨੀਤੀ ਘੜਦੇ ਨੇ, ਕਿਸ ਤਰੀਕੇ ਦੇ ਨਾਲ ਸੰਵਾਦ ਰਚਾਇਆ ਜਾਵੇਗਾ, ਉਹਦੇ ਉੱਤੇ ਗੱਲਬਾਤ ਕਰਾਂਗੇ। ਦੂਜਾ ਇਹ ਕਿ ਕਿਸਾਨਾਂ ਵੱਲੋਂ ਮੁਜ਼ੱਫਰਨਗਰ ਵੱਲ ਨੂੰ ਵਹੀਰਾਂ ਕੱਤ ਦਿੱਤੀਆਂ ਗਈਆਂ ਨੇ। ਦੇਖ ਸਕਦੇ ਹਾਂ ਤਸਵੀਰਾਂ ਜਿਹੜੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਤਮਾਮ ਥਾਵਾਂ ਤੋਂ, ਪੰਜਾਬ ਭਰ ਵਿੱਚੋਂ, ਦੇਸ਼ ਭਰ ਵਿੱਚੋਂ ਯੂਪੀ ਵੱਲ ਨੂੰ ਜਿਹੜੇ ਕਿਸਾਨ ਜਾ ਰਹੇ ਨੇ। ਕੱਲ ਨੂੰ ਇੱਕ ਮਹਾਪੰਚਾਇਤ ਵੱਡੀ 5 ਸਤੰਬਰ ਦੀ ਯੂਪੀ ਦੇ ਵਿੱਚ ਹੋਣੀ ਹੈ, ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਸਭ ਦੇ ਵਿਚਾਲੇ ਜਿਹੜੇ ਪੰਜਾਬ ਦੇ ਵਿੱਚ ਲਾਠੀਚਾਰਜ ਹੋਇਆ ਸੀ ਕਿਸਾਨਾਂ ਦੇ ਉੱਤੇ, ਰੋਜ਼ੂ ਸਿੰਘ ਮਾਨਸਾ ਹੋਰਾਂ ਨੇ ਆਪਣੀ ਜਿਹੜੀ ਉਹਨਾਂ ਨੂੰ ਸੁਰੱਖਿਆ ਸਰਕਾਰ ਵੱਲੋਂ ਦਿੱਤੀ ਗਈ ਸੀ, ਪੁਲਿਸ ਮੁਲਾਜ਼ਮ ਤੈਨਾਤ ਕੀਤੇ ਸੀ ਉਹਨਾਂ ਦੀ ਸੁਰੱਖਿਆ ਵਿੱਚ, ਉਹ ਉਹਨਾਂ ਨੇ ਵਾਪਸ ਕਰ ਦਿੱਤੇ ਨੇ। ਨਾਲ ਨਾਲ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਕਿ ਨਵਜੋਤ ਸਿੰਘ ਸਿੱਧੂ ਨੇ ਆ ਕੇ ਹੁਣ ਆਪਣੇ ਕਮਰ ਕੱਸੇ ਕਰ ਲਏ ਨੇ ਫੀਲਡ ਦੇ ਵਿੱਚ। ਡਿਊਟੀਆਂ ਕਿਹਦੀਆਂ ਕਿੱਥੇ ਲਾਉਣੀਆਂ ਉਹਨਾਂ ਨੂੰ ਲੈ ਕੇ ਰੁੱਝ ਚੁੱਕੇ ਨੇ। ਮਤਲਬ ਕਿ ਪੰਜਾਬ ਕਾਂਗਰਸ ਦਾ ਕਲੇਸ਼ ਕਹਿ ਲਈਏ ਕਿ ਥੋੜਾ ਹੁਣ ਮੱਧਮ ਪੈਂਦਾ ਨਜ਼ਰ ਆ ਰਿਹਾ। ਇਹਦੇ ਵਿੱਚ ਪੰਜਾਬ ਦਾ ਭਲਾ ਜਾਂ ਪੰਜਾਬ ਦੇ ਮਸਲਿਆਂ ਦੇ ਮੁੱਦਿਆਂ ਦਾ ਕੀ ਬਣਨਾ, ਉਹਦੇ ਉੱਤੇ ਵੀ ਚਰਚਾ ਕਰਨੀ ਲਾਜ਼ਮੀ ਹੈ। ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਹੋਰਾਂ ਦੇ ਨਾਲ ਜੁੜੀ ਹੈ। ਸਿੱਧੂ ਤੇ ਉਹਨਾਂ ਦੇ ਭਰਾ ਨੂੰ ਸ਼ਾਮਲਾਟ ਜ਼ਮੀਨ ਦੇ ਮਾਮਲੇ ਦੇ ਵਿੱਚ ਨੋਟਿਸ ਜਾਰੀ ਹੋਇਆ। ਮਾਮਲਾ ਕੀ ਹੈ ਉਸ ਉੱਤੇ ਗੱਲਬਾਤ ਕਰਾਂਗੇ। ਬਠਿੰਡਾ ਦੇ ਵਿੱਚ ਜਿਹੜਾ ਗੁਰੂ ਨਾਨਕ ਥਰਮਲ ਪਲਾਂਟ ਸੀ, ਜਿਹਨੂੰ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਸੀ ਕਿ ਮੇਰੀ ਸਰਕਾਰ ਆਉਣ ਤੇ, ਸਾਡੀ ਸਰਕਾਰ ਆਉਣ ਤੇ ਅਸੀਂ ਚਿਮਨੀਆਂ ਵਿੱਚੋਂ ਧੂੰਆਂ ਕੱਢਾਂਗੇ, ਪਰ ਹੁਣ ਉਹ ਚਿਮਨੀਆਂ ਜਿਹੜੀਆਂ ਢਹਿ ਢੇਰੀ ਕਰ ਦਿੱਤੀਆਂ ਗਈਆਂ। ਕਿਹਦੇ ਹੱਥਾਂ ਵਿੱਚ ਜਾਣਾ, ਉਸ ਉੱਤੇ ਵੀ ਗੱਲਬਾਤ ਹੋਈ। ਮੱਤੇਵਾਲ ਪਾਰਕ ਜਿਹੜਾ ਉਜਾੜਨ ਦੀ ਗੱਲ ਹੁੰਦੀ ਹੈ, ਉਹਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਹੈ। ਮਾਮਲਾ ਹੁਣ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪਹੁੰਚ ਚੁੱਕਿਆ। ਇਹਦੇ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਕਹਿ ਲਓ ਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਕਿ ਇਸ ਮਾਮਲੇ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਭੇਜੀ ਜਾਵੇ। ਸਵਾਗਤ ਹੈ ਤੁਹਾਡਾ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸੁਖਵਿੰਦਰ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ। ਕਿੱਦਾਂ ਦੇਖਦੇ ਹੋ ਜਿਹੜਾ ਨੈਤਿਕ ਤੌਰ ਦੇ ਉੱਤੇ ਕਹਿੰਦੇ ਕਿਸਾਨਾਂ ਦੀ ਜਿੱਤ ਹੋਈ ਹੈ ਕਿ ਸਿਆਸੀ ਪਾਰਟੀਆਂ ਨੇ ਆਪਣੇ ਪੈਰ ਥੋੜੇ ਪਿਛਾਂ ਨੂੰ ਖਿੱਚੇ ਨੇ। ਸੁਖਬੀਰ ਸਿੰਘ ਬਾਦਲ ਕੱਲ ਤੱਕ ਜਿਹੜੇ ਕਿਸਾਨਾਂ ਨੂੰ ਕਹਿ ਲਓ ਕਿ ਵੰਗਾਰ ਰਹੇ ਸੀ ਕਿ ਕਿਸਾਨਾਂ ਦੇ ਭੇਸ ਦੇ ਵਿੱਚ ਕਹਿੰਦੇ ਜਿਹੜੇ ਲੁਕੇ ਨੇ ਅਸੀਂ ਉਹਨਾਂ ਦੀ ਪਛਾਣ ਕਰ ਲੈਣੀ ਹੈ, ਇੱਕ ਇਸ਼ਾਰਾ ਹੀ ਕਾਫੀ ਹੈ ਸਾਡੇ ਲਈ। ਤੇ ਹੁਣ ਕਿਸਾਨਾਂ ਦੇ ਨਾਲ ਗੱਲਬਾਤ ਦੀ ਗੱਲ ਅੱਗੇ ਵਧੀ ਹੈ। ਇਹਦੇ ਵਿੱਚ ਰਾਜੇਵਾਲ ਸਾਹਿਬ ਦਾ ਵੀ ਬਿਆਨ ਆ, ਉਹ ਕੀ ਕੁਝ? ਜੀ ਬਿਲਕੁਲ ਸੁਖਵਿੰਦਰ, ਜਿੱਦਾਂ ਸਾਹਨੇਵਾਲ ਦੇ ਵਿੱਚ ਜਿਹੜੀ ਇੱਕ ਧਮਕੀ ਭਰੇ ਲਹਿਜੇ ਨਾਲ ਕਹਿ ਸਕਦੇ ਆਪਾਂ ਕਿ ਜਿੱਦਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਮਾਮਲਾ ਗਿਆ ਜਾਂ ਉਹਨਾਂ ਦੇ ਬਿਆਨ ਨੂੰ ਏਦਾਂ ਲਿਆ ਜਾਂ ਲੋਕਾਂ ਦੇ ਵਿੱਚ ਵੀ ਇਹ ਬਿਆਨ ਗਿਆ, ਤਾਂ ਉਹਨੂੰ ਇੱਕ ਧਮਕੀ ਭਰਿਆ ਲਹਿਜਾ ਇਹ ਮੰਨਿਆ ਜਾ ਰਿਹਾ ਸੀਗਾ ਕਿ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਅਸੀਂ ਇਸ਼ਾਰਾ ਕਰਤਾ ਤਾਂ ਤੁਸੀਂ ਸਵਾਲ ਪੁੱਛਣ ਵਾਲੇ ਦਿਸਣੇ ਨਹੀਂ। ਤੇ ਬਾਅਦ ਵਿੱਚ ਜਦੋਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਕਿਹਾ ਕਿ ਜਿਹੜੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਜੇ ਕਿਤੇ ਕਿਸਾਨ ਜਥੇਬੰਦੀਆਂ ਨੇ ਸੱਦਾ ਦੇਤਾ ਤਾਂ ਅਕਾਲੀ ਦਲ ਨਹੀਂ ਲੱਭਣਾ, ਤੇ ਉਹ ਫਿਰ ਬੈਕਫੁੱਟ ਤੇ ਆਏ ਆਪਣਾ ਸੁਖਬੀਰ ਸਿੰਘ ਬਾਦਲ। ਉਹਨੇ ਦੇਖਿਆ ਕਿ ਇਹ ਤਾਂ ਮਾਮਲਾ ਉਲਝ ਜਾਣਾ ਹੋਰ। ਫਿਰ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਜਿਹੜੇ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸ ਦੇ ਕਾਰਕੁਨ ਕਿਸਾਨ ਬਣ ਕੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਖਣਨ ਪਾਉਂਦੇ ਆ ਜਾਂ ਉਹਨਾਂ ਨੂੰ ਡਿਸਟਰਬ ਕਰਦੇ ਆ ਰੈਲੀਆਂ ਕਰਨ ਤੋਂ, ਜਾਂ ਉਹਨਾਂ ਦਾ ਵਿਰੋਧ ਕਰਦੇ ਆ ਜਾਂ ਉਹਨਾਂ ਨੂੰ ਸਵਾਲ ਖੜੇ ਕਰਦੇ ਆ, ਤਾਂ ਉਹ ਕਹਿੰਦੇ ਵੀ ਉਹਨਾਂ ਦੇ ਬੰਦੇ ਆ ਉਹਨਾਂ ਪਾਰਟੀਆਂ ਦੇ। ਵੈਸੇ ਜੇ ਅਸੀਂ ਸੰਵਾਦ ਕਰਨ ਦੇ ਲਈ, ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਜੇ ਕਿਤੇ ਲੋੜ ਪਵੇ ਕਿਸੇ ਤਰ੍ਹਾਂ ਦੀ, ਕਿਸੇ ਵੀ ਸਵਾਲ ਦੀ, ਕੋਈ ਚਾਹੁੰਦੀਆਂ ਨੇ ਜਥੇਬੰਦੀਆਂ ਕਿ ਸਵਾਲ ਪੁੱਛੇ ਜਾਣ ਅਕਾਲੀ ਦਲ ਨੂੰ, ਤਾਂ ਅਸੀਂ ਤਿਆਰ ਹਾਂ। ਉਹਦੇ ਲਈ ਉਹਨਾਂ ਨੇ 6 ਦਿਨ ਦਾ ਜਿਹੜਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਹੈ, ਹਫ਼ਤੇ ਦਾ ਟਾਈਮ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੂੰ। ਦੂਜੇ ਪਾਸੇ ਰਾਜੇਵਾਲ ਦਾ ਜਿਹੜਾ ਬਿਆਨ ਹੈ ਉਹ ਵੀ ਪਤਾ ਹੀ ਹੈ ਆਪਾਂ ਨੂੰ, ਕਿ ਉਹ ਕਹਿੰਦੇ ਕਿ ਪਹਿਲਾਂ ਧਮਕੀਆਂ ਦਿੰਦੇ ਸੀ, ਹੁਣ ਸੰਵਾਦ ਲਈ ਸੱਦਾ ਦੇ ਰਿਹਾ ਹੈ। ਤੇ ਉਹ ਰਾਜੇਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਗੱਲ ਕਰਨੀ ਹੈ ਤਾਂ ਗੱਲ ਕਰਨ ਲਈ ਤਿਆਰ ਹੀ ਨੇ। ਤੇ ਜੇ ਪਿਛਲੀ ਆਪਾਂ ਗੱਲ ਦੇਖੀਏ ਇਹਦੇ ਵਿੱਚ ਸੁਖਵਿੰਦਰ ਜੀ, ਉਹਦੇ ਵਿੱਚ ਸਾਫ਼ ਹੀ ਸਪਸ਼ਟ ਹੋ ਜਾਂਦਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਹੁਣ ਘਰ ਘਰ ਦੇ ਵਿੱਚ ਆ ਗਿਆ। ਪਹਿਲਾਂ ਚਲੋ ਦਿੱਲੀ ਦੀਆਂ ਬਰੂਹਾਂ ਤੇ ਮੰਨਿਆ ਜਾਂਦਾ ਸੀ ਕਿ ਉੱਥੇ ਬੈਠਾ ਹੈ, ਹਰਿਆਣੇ ਦੇ ਬਾਰਡਰ ਤੇ ਬੈਠਾ ਹੈ, ਦਿੱਲੀ ਜਾਂ ਹਰਿਆਣੇ ਦੇ ਬਾਰਡਰ ਦੇ ਉੱਤੇ ਬੈਠਾ ਹੈ। ਤੇ ਹੁਣ ਇਹ ਪੰਜਾਬ 'ਚ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਨਾ, ਲੋਕਾਂ ਦੇ ਵਿੱਚ ਜਾਗਰੂਕਤਾ ਆਈ ਆ
ਤੇ ਇਸ ਜਾਗਰੂਕਤਾ ਕਾਰਨ ਹੀ ਹੈ ਕਿਸਾਨੀ ਅੰਦੋਲਨ ਦੇ ਬਾਰੇ ਸਵਾਲ ਪੁੱਛੇ ਜਾ ਰਹੇ ਨੇ। ਔਰ ਸਵਾਲਾਂ ਦੇ ਵਿੱਚ ਸੁਖਬੀਰ ਬਾਦਲ ਜਾਂ ਅਕਾਲੀ ਦਲ ਦਾ ਹੋਣਾ ਲਾਜ਼ਮੀ ਵੀ ਹੈਗਾ, ਕਿਉਂਕਿ ਜਦੋਂ ਕਾਨੂੰਨ ਪਾਸ ਹੋਏ ਆ ਤਾਂ ਹਰਸਿਮਰਤ ਕੌਰ ਬਾਦਲ ਉੱਥੇ ਸੀ, ਕਿਸਾਨ ਦੇ ਵਿੱਚ ਉਹਨਾਂ ਦੇ ਸਰਕਾਰ ਦੇ ਵਿੱਚ ਸੀ। ਤੇ ਉਦੋਂ ਅਸਤੀਫਾ ਨਹੀਂ ਦਿੱਤਾ ਸੀਗਾ। ਸੈਂਟਰ ਗਵਰਨਮੈਂਟ ਨਾਲ ਭਾਈਵਾਲ ਸੀਗੀ, ਉੱਥੇ ਮੰਤਰੀ ਰਹੇ ਆ ਤੇ ਪਾਸ ਹੋ ਗਏ। ਤੇ ਉਹ ਤੋਂ ਬਾਅਦ ਵੀਡੀਓਜ਼ ਵੀ ਵਾਇਰਲ ਹੋਈਆਂ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਵੀ ਜਿਹੜੇ ਸੁਖਬੀਰ ਬਾਦਲ ਦੇ ਕੁਐਸਚਨ ਕਰ ਰਹੇ ਨੇ ਜਾਂ ਮਜੀਠੀਆ ਜੇ ਸਵਾਲ ਚੱਕਦੇ ਨੇ ਉਹਨੂੰ ਵੀ ਪੁੱਛਦੇ ਨੇ ਕਿ ਜਿਹੜੇ ਬਿਆਨ ਤੁਸੀਂ ਜਾਰੀ ਕੀਤੇ ਹੈ ਜਾਂ ਵੀਡੀਓ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾਈਆਂ ਨੇ, ਕਿ ਉਹ ਵੀ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਨੇ ਪਾਈਆਂ ਨੇ। ਉਹਦੇ ਵਿੱਚ ਪੈਰਵੀ ਕਰਦੇ ਨਜ਼ਰ ਆਏ ਸੀ। ਉਹ ਚੀਜ਼ਾਂ ਹੀ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਹੈਗੀਆਂ ਹੀ ਨੇ ਨਾ, ਉਹ ਵੀ ਉਡੀਕਦੇ ਸੀ ਕਿ ਆਉਣ ਦਿਓ ਇਹਨਾਂ ਨੂੰ, ਫਿਰ ਪੁੱਛਾਂਗੇ ਸਵਾਲ। ਤੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਹੁਣ ਸੁਖਬੀਰ ਬਾਦਲ ਜੇ ਤਿਆਰ ਵੀ ਹੋਏ ਨੇ ਤਾਂ ਮੇਰੇ ਖਿਆਲ ਸਵਾਲ ਪੁੱਛ ਵੀ ਲੈਣੇ ਚਾਹੀਦੇ ਆ ਉਹਨਾਂ ਨੂੰ ਕਿ ਇਹਨਾਂ ਚੀਜ਼ਾਂ ਬਾਰੇ ਦੱਸੋ। ਜਦੋਂ ਤੁਸੀਂ ਬਕਾਇਦਾ ਤੌਰ ਤੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਜਾਂ ਪ੍ਰੈਸ ਦੇ ਵਿੱਚ ਜਾ ਕੇ ਕਾਨੂੰਨਾਂ ਦਾ ਵੇਰਵਾ ਦੇ ਕੇ ਤੁਸੀਂ ਦੱਸਦੇ ਸੀਗੇ ਕਿ ਲੋਕ ਪੱਖੀ ਨੇ, ਕਿਸਾਨ ਪੱਖੀ ਨੇ, ਤਾਂ ਹੁਣ ਕਿਵੇਂ ਕਿਸਾਨਾਂ ਦੇ ਵਿਰੁੱਧ ਹੋ ਗਏ? ਜਾਂ ਤੁਹਾਡਾ ਕੀ ਸਟੈਂਡ ਸੀ ਉਦੋਂ? ਅੱਜ ਕੀ ਸਟੈਂਡ? ਅੱਜ ਕਿਉਂ ਬਦਲਿਆ ਸਟੈਂਡ? ਅੱਜ ਕਿਉਂ ਤੁਸੀਂ ਇੰਨੀ ਜਲਦੀ ਰੈਲੀਆਂ ਕਰਨ ਲਈ ਉਤਾਰੂ ਹੋ ਗਏ? ਅੱਜ ਕਿਉਂ ਕਿਸਾਨਾਂ ਨੂੰ ਭਾਈਵਾਲ ਸਮਝਣ ਲੱਗ ਗਏ? ਅੱਜ ਕਿਉਂ ਕਿਸਾਨਾਂ ਦੀ ਗੱਲ ਕਰਨ ਲੱਗ ਗਏ? ਉਹ ਸਾਰੇ ਸਵਾਲਾਂ ਦੇ ਜਵਾਬ ਦੇਣੇ ਬਣਦੇ ਵੀ ਹੈ, ਪੁੱਛਣਾ ਵੀ ਬਣਦਾ। ਪਰ ਜੇ ਕੋਈ ਸਵਾਲ ਪੁੱਛਦਾ ਉਹਨੂੰ ਬਾਗੀ ਕਹਿਣਾ ਜਾਂ ਉਹਨੂੰ ਬਗਾਵਤ ਦੱਸਣਾ ਜਾਂ ਉਹਨੂੰ ਹੋਰਨਾਂ ਪਾਰਟੀਆਂ ਦੇ ਕਾਰਕੁਨ ਦੱਸਣਾ, ਇਹ ਮਾੜੀ ਗੱਲ ਹੈ। ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਕਿਸੇ ਪਾਰਟੀ ਦੇ ਬੰਦੇ ਨੂੰ ਜੇ ਕੋਈ ਪੁੱਛਿਆ ਜਾਂਦਾ ਤਾਂ ਕਿਸਾਨ ਸਵਾਲ ਪੁੱਛ ਰਹੇ ਨੇ, ਲੋਕਾਂ ਦੇ ਘਰਾਂ ਦੇ ਵਿੱਚ ਅੰਦੋਲਨ ਚਲਾ ਗਿਆ ਤੇ ਇਹਦਾ ਜਵਾਬ ਦੇਣਾ ਤੁਹਾਨੂੰ ਔਖਾ ਨਹੀਂ। ਮੈਂ ਕਹਿ ਰਿਹਾ ਮੇਰੇ ਖਿਆਲ ਨਾਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਜਵਾਬ ਤੁਹਾਨੂੰ ਲੋਕ ਦੇਣਗੇ। ਜੀ ਬਿਲਕੁਲ, ਬਿਲਕੁਲ, ਬਿਲਕੁਲ। ਇੱਕ ਤਰੀਕੇ ਦੇ ਨਾਲ ਅਗਲੀ ਗੱਲ ਜਿਹੜੀ ਹੈ ਉਹ ਇਹ ਵੀ ਕਿਸਾਨਾਂ ਦੇ ਨਾਲ ਜੁੜਦੀ ਹੈ ਕਿ ਮੁਜ਼ੱਫਰਨਗਰ ਵੱਲ ਨੂੰ ਕਿਸਾਨਾਂ ਨੇ ਵੀਰਾਂ ਘੱਤ ਦਿੱਤੀਆਂ, ਪੂਰੇ ਪੰਜਾਬ ਵਿੱਚੋਂ ਜਾ ਰਹੇ ਨੇ। ਇਹਨੂੰ ਕਿੱਦਾਂ ਦੇਖਦੇ ਹੋ ਕਿ ਯੂਪੀ ਦੇ ਵਿੱਚ ਚੋਣਾਂ ਹੋਣੀਆਂ, ਇੱਧਰੋਂ ਪੰਜਾਬ ਦੇ ਵਿੱਚ ਵੀ ਹੋਣੀ ਹੈ, ਮਾਹੌਲ ਦੋਨੋਂ ਪਾਸੇ ਇੱਕ ਬਰਾਬਰ ਦਾ ਹੀ ਨਜ਼ਰ ਆ ਰਿਹਾ ਹੈ, ਪਰ ਯੂਪੀ ਦੇ ਵਿੱਚ ਟੱਕਰ ਇਸ ਲਈ ਹੈ ਕਿ ਉੱਥੇ ਬੀਜੇਪੀ ਦੀ ਸਰਕਾਰ ਹੈ। ਮੁਜ਼ੱਫਰਨਗਰ ਦੀ ਜਿਹੜੀ ਰੈਲੀ ਹੈ, ਜਿਹੜਾ ਕਿਸਾਨ ਜਥੇਬੰਦੀਆਂ ਖਾਲਸਾ ਵੀ ਜਤਾ ਰਹੀਆਂ ਨੇ ਕਿ ਜਿਹੜਾ ਧੜਾ ਧੜ ਕਿਸਾਨ ਦੇ ਦੂਜੀਆਂ ਪਾਰਟੀਆਂ ਸਿਆਸੀ ਦਲਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਚੋਣ ਪ੍ਰਚਾਰ ਆਰੰਭ ਦਿੱਤੇ ਗਏ ਆ ਜਾਂ ਹਲਕਿਆਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ, ਉਹਦੇ ਵਿੱਚ ਸਿੱਧਾ ਉਹਨਾਂ ਦਾ ਮਤਲਬ ਤਾਂ ਇਹੀ ਹੈ ਕਿਸਾਨ ਜਥੇਬੰਦੀਆਂ ਦਾ ਕਿ ਮੁਜ਼ੱਫਰਨਗਰ ਦੀ ਜਿਹੜੀ ਮਹਾਪੰਚਾਇਤ ਹੈ ਉਹਦੇ ਵਿੱਚ ਲੋਕਾਂ ਨੂੰ ਉਹਦੇ ਨਾਲ ਤੋੜਨਾ ਜਾਂ ਉਹ ਕਹਿ ਸਕਦੇ ਕਿ ਉਹ ਲੋਕਾਂ ਦਾ ਧਿਆਨ ਭਟਕਾਉਣ ਦੀ ਗੱਲ ਕੀਤੀ ਜਾ ਰਹੀ ਹੈ। ਵਿੱਚ ਗੱਲਾਂ ਇਹ ਵੀ ਉੱਠ ਰਹੀਆਂ ਸੀਗੀਆਂ ਵੀ ਜੇ ਜਿੱਦਾਂ ਬਿਆਨਬਾਜ਼ੀ ਹੋ ਰਹੀ ਹੈ ਜਾਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਲੋਕਾਂ ਦੇ ਵਿੱਚ ਸਿਆਸੀ ਦਲ ਇੱਕਦਮ ਉਤਰ ਗਏ, ਨੇਤਾ ਉਤਰ ਗਏ ਆ ਕੇ ਇੱਕਦਮ, ਉਹਦੇ ਵਿੱਚ ਇਹੀ ਹੈ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਗੁੱਸੇ 'ਚ ਨੇ ਤੇ ਮੁਜ਼ੱਫਰਨਗਰ ਦੀ ਤਿਆਰੀ ਕਰ ਰਹੇ ਨੇ। ਉਹਨਾਂ ਦੇ ਵਿੱਚ ਜਾ ਕੇ ਤੁਸੀਂ ਖਣਨ ਪਾਉਂਦੇ ਹੋ, ਉਹਨਾਂ ਦੀ ਤਿਆਰੀਆਂ ਦੇ ਵਿੱਚ ਉਹਨਾਂ ਨੂੰ ਭੜਕਾਉਂਦੇ ਹੋ ਤਾਂ ਫਿਰ ਰਾਸ਼ਟਰਪਤੀ ਰਾਜ ਲਾਗੂ ਹੋਊਗਾ ਜੀ, ਰਾਸ਼ਟਰਪਤੀ ਰਾਜ ਲੱਗ ਜੂਗਾ ਜੀ, ਓਦਾਂ ਦੀਆਂ ਗੱਲਾਂ ਕਰਦੇ ਹੋ। ਤੇ ਜਿਹੜਾ ਚੋਣਾਂ ਦਾ ਬਿਗਲ ਵੱਜਣਾ ਸੀ ਯੂਪੀ ਤੋਂ ਜਾਂ ਪੰਜਾਬ ਦੇ ਵਿੱਚ ਆਉਣਾ ਸੀਗਾ, ਉਹ ਜਿਹੜੀਆਂ ਏਦਾਂ ਦੇ ਮਹਾਂ ਪੰਚਾਇਤਾਂ ਹੋਣੀਆਂ ਨੇ, ਚਾਹੇ ਉਹ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਹੋਣ ਜਾਂ ਯੂਪੀ ਦੀਆਂ ਚੋਣਾਂ, ਚਾਹੇ ਉੱਤਰਾਖੰਡ ਦੀਆਂ ਚੋਣਾਂ ਜਿਹੜੀਆਂ ਵੀ ਹੋਣੀਆਂ ਨੇ, ਤਾਂ ਉਹ ਸਿਆਸੀ ਦਲ ਜਿਹੜੇ ਘਬਰਾਏ ਹੋਏ ਇਸੇ ਗੱਲੋਂ ਨੇ ਕਿ ਕਿਸਾਨੀ ਅੰਦੋਲਨ ਨੇ ਪੱਛਮੀ ਬੰਗਾਲ ਦੇ ਵਿੱਚ ਫਰਕ ਪਾਇਆ, ਪ੍ਰਭਾਵ ਛੱਡਿਆ ਆਪਣਾ, ਤੇ ਹੁਣ ਤਾਂ ਹੋਰ ਵੀ ਵੱਡਾ ਹੋ ਗਿਆ ਇਹ ਅੰਦੋਲਨ। ਜਿਵੇਂ ਜਿਵੇਂ ਦਿਨ ਲੰਘ ਰਹੇ ਨੇ ਜਾਂ ਚੋਣਾਂ ਨੇੜੇ ਆ ਰਹੀਆਂ ਨੇ, ਇਹਨਾਂ ਨੂੰ ਆਪਣਾ ਡਰ ਪੈਦਾ ਹੋਇਆ ਹੈ, ਖੌਫ ਹੈ ਇਹਨਾਂ ਦੇ ਅੰਦਰ। ਹੁਣ ਹਾਰਨਾ ਤੇ ਚੋਣਾਂ ਲੜਨਾ ਹੀ ਵੱਡਾ ਮੁੱਦਾ ਬਣ ਗਿਆ। ਤੇ ਤੁਸੀਂ ਦੇਖੋਗੇ ਬੀਜੇਪੀ ਵੀ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਕੇ, ਹਾਲਾਂਕਿ ਸੋਲੇ ਹੀ ਗਾ ਰਹੀ ਹੈ ਬੀਜੇਪੀ ਸਰਕਾਰ ਦੇ, ਸੈਂਟਰ ਗਵਰਨਮੈਂਟ ਦੇ, ਪਰ ਵਿੱਚੋਂ ਜਿਹੜਾ ਡਰ ਹੈ, ਜਿਹੜਾ ਉਹਨਾਂ ਨੂੰ ਪਤਾ ਝਲਕਦਾ, ਉਹਨਾਂ ਦੀ ਬੋਲਬਾਣੀ ਤੋਂ ਪਤਾ ਲੱਗਦਾ। ਉਹ ਜੇ ਕਿਸਾਨਾਂ ਦੀ ਗੱਲ ਕਰਦੇ ਵੀ ਨਾ ਤਾਂ ਦਬਵੇਂ ਘੁੱਟਵੇਂ ਆਵਾਜ਼ 'ਚ ਕਰਦੇ ਨੇ, ਖੁੱਲ ਕੇ ਨਹੀਂ ਕਹਿ ਸਕਦੇ ਕਿ ਅਸੀਂ ਕਹੀਏ ਤਾਂ ਕੀ ਕਹੀਏ, ਜਵਾਬ ਦੇਣਾ ਬੜਾ ਔਖਾ ਹੈ। ਸੋ ਆਹ ਜਿਹੜੀਆਂ ਮੁਜ਼ੱਫਰਨਗਰ ਵਰਗੀਆਂ ਮਹਾਪੰਚਾਇਤਾਂ ਨੇ, ਇਹਨਾਂ ਨੇ ਅਸਰ ਪਾਉਣਾ ਹੈ। ਉਸ ਅਸਰ ਦਾ ਨਤੀਜਾ ਆ ਕਿ ਯੂਪੀ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਜਾਂ ਹਰਿਆਣਾ ਦੇ ਵਿੱਚੋਂ ਜਿਹੜੇ ਕਿਸਾਨ ਨਿਕਲ ਕੇ ਉੱਥੇ ਜਾ ਰਹੇ ਨੇ, ਤੇ ਉਸ ਦਾ ਨਤੀਜਾ ਇਹ ਪਾਰਟੀਆਂ ਜਿਹੜੀਆਂ ਏਦਾਂ ਲਗਾਤਾਰ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਹੁਣੀ ਤੋਂ ਸ਼ੁਰੂ ਕਰ ਚੁੱਕੀਆਂ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਕੋਈ ਏਦਾਂ ਦਾ ਐਲਾਨ ਨਹੀਂ ਹੋਇਆ ਚੋਣਾਂ ਦਾ, ਲੇਕਿਨ ਲਗਾਤਾਰ ਵਾਅਦੇ, ਦਾਅਵੇ, ਕੈਂਡੀਡੇਟ ਅਨਾਉਂਸ ਕਰਨੇ, ਸੀਐਮ ਦਾ ਚਿਹਰਾ ਦੇਖਣਾ, ਡਿਪਟੀ ਸੀਐਮ ਲਾਉਣੇ, ਲੋਕਾਂ ਨੂੰ ਭਰਮਾਉਣਾ, ਇਹ ਸਾਰਾ ਕੁਝ ਉਸੇ ਦਾ ਨਤੀਜਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ। ਔਰ
ਅੱਗੇ ਜਿਵੇਂ ਰਣਨੀਤੀ ਬਣੀ ਹੈ ਜਾਂ ਜਿਵੇਂ ਸੰਘਰਸ਼ ਤੇਜ਼ ਹੋਣਾ ਚੋਣਾਂ ਦੇ ਨੇੜੇ ਆ ਕੇ, ਸੋ ਇਹ ਉਸ ਦੇ ਉੱਤੇ ਪ੍ਰਭਾਵ ਛੱਡਣਗੀਆਂ ਮਹਾਪੰਚਾਇਤਾਂ, ਮਹਾ ਰੈਲੀਆਂ ਕਿਸਾਨਾਂ ਦੀਆਂ ਜੀ। ਬਿਲਕੁਲ। ਗੱਲ ਪੰਜਾਬ ਦੀ ਸਿਆਸਤ ਦੀ ਜਦੋਂ ਅਸੀਂ ਕਰਦੇ ਹਾਂ, ਉਧਰ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਸੀਗਾ, ਸਿੱਧੂ ਸਾਹਿਬ ਦਿੱਲੀੋਂ ਆ ਕੇ ਥੋੜਾ ਜਿਹਾ ਏਦਾਂ ਕਹਿ ਲਓ ਕਿ ਖਾਮੋਸ਼ ਜਿਹੇ ਨਜ਼ਰ ਆ ਰਹੇ ਨੇ, ਪਰ ਕਹਿੰਦੇ ਕਿਤੇ ਖਾਮੋਸ਼ੀ ਦੇ ਵਿੱਚ ਕੋਈ ਤੂਫਾਨ ਨਾ ਹੋਵੇ। ਜਦੋਂ ਅਸੀਂ ਬਲਵੀਰ ਸਿੰਘ ਸਿੱਧੂ ਉਹਨਾਂ ਦੇ ਮਾਮਲਿਆਂ ਨੂੰ ਦੇਖਦੇ ਹਾਂ, ਜਾਂ ਹੋਰ ਵੀ ਸਰਕਾਰ ਦੇ ਵਿੱਚ ਜਿੱਥੇ ਵੀ ਘਪਲੇਬਾਜ਼ੀ ਦੇ ਇਲਜ਼ਾਮ ਲੱਗਦੇ ਨੇ, ਇਹਦੇ ਵਿੱਚੋਂ ਕੀ ਸਿੱਧੂ ਸਾਹਿਬ ਨੂੰ ਨਹੀਂ ਚਾਹੀਦਾ ਕਿ ਆਪਣੀ ਪਾਰਟੀ ਦੇ ਉਹਨਾਂ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਉਹਨਾਂ ਨੂੰ ਬਿਠਾ ਕੇ ਉਹਨਾਂ ਦੇ ਮਾਮਲੇ ਦੇ ਵਿੱਚ ਛਾਣਬੀਨ ਕਰਕੇ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾਏ ਕਿ ਤੁਹਾਡੇ ਕਰਕੇ ਪਾਰਟੀ ਦੀ ਬਦਨਾਮੀ ਹੋ ਰਹੀ ਹੈ, ਜੇ ਮਾਮਲੇ ਦੀ ਜ਼ਰਾ ਜਿੰਨੀ ਵੀ ਸੱਚਾਈ ਹੈ, ਜਾਂ ਤਾਂ ਅਸਤੀਫਾ ਦੇ ਦਿਓ ਜਾਂ ਜਾਂਚ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹੋ, ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਿੰਨਾ ਕੁ ਇਮਾਨਦਾਰੀ ਦੇ ਨਾਲ ਜਾਂ ਪੰਜਾਬ ਪ੍ਰਤੀ ਵਫਾਦਾਰੀ ਦੇ ਨਾਲ ਕੰਮ ਕਰ ਰਹੇ ਨੇ। ਵਿੰਦਰ ਜੀ, ਗੱਲ ਚਲੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਾਂਚ ਦਾ ਹਿੱਸਾ ਬਣਨਾ ਚਾਹੀਦਾ ਹੈ, ਜਾਂ ਜਾਂਚ ਹੋਣੀ ਚਾਹੀਦੀ ਹੈ, ਜਾਂ ਕਰਾ ਲੈਣੀ ਚਾਹੀਦੀ ਹੈ, ਜਾਂ ਤਿਆਰ ਰਹਿਣਾ ਚਾਹੀਦਾ, ਜਾਂ ਆਪ ਹੀ ਅਨਾਉਂਸਮੈਂਟ ਏਦਾਂ ਕਰ ਦੋ, ਬਿਆਨਬਾਜ਼ੀ ਕਰ ਦੋ ਕਿ ਹਾਂ ਅਸੀਂ ਤਿਆਰ ਹਾਂ ਜੇ ਕੋਈ ਗੱਲ ਏਦਾਂ ਦੀ ਹੋਈ ਆ। ਤੇ ਪਾਰਟੀ ਲੈਵਲ ਤੇ ਜੇ ਤੁਸੀਂ ਵੱਖਰਾ ਚੱਲਣਾ ਤਾਂ ਵੀ ਵੱਖਰਾ ਅਨਾਉਂਸ ਕਰੋ ਕਿ ਅਸੀਂ ਤਾਂ ਵੱਖਰਾ ਧੜਾ ਹੈਗਾ, ਜੇ ਸਾਨੂੰ ਤੁਸੀਂ ਨੁਮਾਇੰਦਗੀ ਦਿੰਦੇ ਹੋ ਜਾਂ ਸਾਨੂੰ ਪਾਵਰ ਦਿੰਦੇ ਹੋ ਤਾਂ ਅਸੀਂ ਗੱਲ ਕਰਾਂਗੇ, ਨਹੀਂ ਅਸੀਂ ਬੈਠੇ ਆਰਾਮ ਨਾਲ ਕਰਾਂਗੇ। ਤੇ ਤੀਜੀ ਗੱਲ ਹੈਗੀ ਹੈ, ਜੇ ਸੱਚੀ ਮੁੱਚੀ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਤਾਂ ਵੱਖਰਾ ਹੋ ਕੇ ਤਾਂ ਚੱਲਣਾ ਪੈਣਾ ਹੈ, ਨਿੱਜੀ ਸਵਾਰਥ ਛੱਡਣੇ ਪੈਣੇ ਆ। ਜੇ ਪਾਰਟੀ ਲੈਵਲ ਤੇ ਦੇਖਣਾ ਹੈ, ਜੇ ਤੁਸੀਂ ਪਾਰਟੀ ਦੀਆਂ ਨੀਤੀਆਂ ਦੇਖਣੀਆਂ ਨੇ ਤਾਂ ਫਿਰ ਪ੍ਰੋਟੋਕਾਲ ਤਾਂ ਉਹਨਾਂ ਦੇ ਚੱਲਣਾ ਹੀ ਚੱਲਣਾ। ਫਿਰ ਤੁਸੀਂ ਇਹ ਗੱਲ ਛੱਡ ਦੋ ਕਿ ਇਕੱਲੇ ਜਣੇ ਪਾਵਰ ਚ ਆ ਜਾਓਗੇ ਜਾਂ 4 ਬੰਦਿਆਂ ਨੂੰ ਨਾਲ ਲੈ ਕੇ ਤੁਸੀਂ ਕੋਈ ਪੰਜਾਬ ਦੀ ਗੱਲ ਕਰ ਲਓਗੇ, ਐਸਾ ਕੁਝ ਨਹੀਂ। ਤੁਸੀਂ ਇਕੱਲੇ ਜੇ ਖੁਦ ਮੁਖਤਿਆਰੀ ਤੁਹਾਡੇ ਕੋਲ ਹੋਊਗੀ, ਖੇਤਰੀ ਪਾਰਟੀ ਵੱਡੀ ਕਰਨੀ ਪੈ ਸਕਦੀ ਹੈ, ਜਿੱਦਾਂ ਹੁਣ ਚਾਹੇ ਭਗਵੰਤ ਮਾਨ ਦਾ ਰੌਲਾ ਚੱਲਦਾ ਕਿ ਸੀਐਮ ਦਾ ਚਿਹਰਾ ਅਨਾਉਂਸ ਕਰੋ ਜੀ ਉਹਨੂੰ, ਤੇ ਲੋਕ ਕਈ ਪੱਖ ਚ ਨੇ, ਬਹੁਤੇ ਵਿਰੋਧ ਵਿੱਚ ਵੀ ਨੇ, ਤੇ ਸਰਵੇ ਤੇ ਸਰਵੇ ਹੋਣਾ ਸ਼ੁਰੂ ਹੋ ਗਿਆ। ਕੋਈ ਕਹਿੰਦਾ ਜੀ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣਾ ਪੈਣਾ, ਤਾਂ ਮੁੱਖ ਮੰਤਰੀ ਦੀ ਲਾਈਨ ਚ ਪੰਜਾਬ ਦੇ ਵਿੱਚ ਕੇਜਰੀਵਾਲ ਅੱਗੇ ਆਊ, ਦੂਜੇ ਨੰਬਰ ਤੇ ਭਗਵੰਤ ਮਾਨ ਆ ਜੀ। ਜਦੋਂ ਤੱਕ ਦਿੱਲੀ ਦੀਆਂ ਆਪਾਂ ਕਹਿ ਲਓ ਕਿ ਇਹ ਬਰੂਹਾਂ ਨਹੀਂ ਛੱਡਦੇ, ਜਦੋਂ ਤੱਕ ਦਿੱਲੀ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਮੰਨਣਾ ਬੰਦ ਨਹੀਂ ਕਰਦੇ, ਉਦੋਂ ਤੱਕ ਇਹ ਪੰਜਾਬ ਦਾ ਜਾਂ ਪੰਜਾਬ ਦੇ ਲੋਕਾਂ ਦਾ ਜਾਂ ਸਕੀਮਾਂ ਦਾ, ਯੋਜਨਾਵਾਂ ਦਾ ਪੰਜਾਬ ਦੇ ਲਈ, ਜਾਂ ਪੰਜਾਬ ਜਿਹੜਾ ਮਾਡਲ ਕਹਿੰਦੇ ਆ, ਇਹ ਮਾਡਲ ਪੰਜਾਬ ਮਾਡਲ ਹੋਣਾ ਚਾਹੀਦਾ ਜੀ, ਨਵਜੋਤ ਸਿੰਘ ਸਿੱਧੂ ਕਹਿੰਦੇ, ਉਹਨਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਉਹ ਸਿਰਫ ਬਿਆਨਬਾਜ਼ੀਆਂ ਤੱਕ ਹੀ ਸੀਮਿਤ ਨੇ। ਜੇ ਸਾਰੇ ਇਕੱਠੇ ਹੋ ਕੇ ਸੱਚੀ ਮੁੱਚੀ ਪੰਜਾਬ ਲਈ ਇੱਕ ਵੱਡੀ, ਬਹੁਤ ਵੱਡੀ ਖੇਤਰੀ ਪਾਰਟੀ ਬਣਾ ਲੈਣ, ਆਪਣੇ ਨਿੱਜੀ ਸਵਾਰਥ ਛੱਡ ਦੇਣ, ਸੀਐਮ ਦੀ ਕੁਰਸੀ ਦੀ ਝਾਕ ਛੱਡ ਦੇਣ, ਤੇ ਜੇ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਲਈ ਕੰਮ ਕਰਨ, ਤੇ ਪੰਜਾਬ ਦੇ ਲੋਕ ਤਾਂ ਬਣਾ ਹੀ ਦੇਣਾ ਫਿਰ ਇਹਨਾਂ ਨੇ ਪੱਕੇ, ਕਿ ਖੇਤਰੀ ਪਾਰਟੀ ਇੰਡੀਪੈਂਡੈਂਟ ਫੈਸਲੇ ਲੈਣ ਲਈ ਤਿਆਰ ਰਹੂਗੀ। ਇਹ ਪੰਜਾਬ ਦੇ ਲਈ ਉਦਾਂ ਦੇ ਉਦਯੋਗ, ਇੰਡਸਟਰੀ ਜਾਂ ਖੇਤੀ ਦੀਆਂ ਨੀਤੀਆਂ, ਜਾਂ ਬੇਰੁਜ਼ਗਾਰੀ ਨੂੰ ਲਗਾਮ ਦੇਣਾ, ਜਾਂ ਮਹਿੰਗਾਈ ਨੂੰ ਖਤਮ ਕਰਨਾ, ਉਹ ਪੰਜਾਬ ਦੇ ਵਿੱਚ ਹੀ ਸਾਰਾ ਕੁਝ ਪੈਦਾ ਹੁੰਦਾ ਹੈ। ਉਸ ਤਰ੍ਹਾਂ ਦੀਆਂ ਨੀਤੀਆਂ ਬਣ ਜਾਣਗੀਆਂ। ਸੋ ਇਹ ਜੇ ਕਾਂਗਰਸ ਦਾ ਘਸਮਾਨ ਪਿਆ ਹੈ ਤਾਂ ਇਹ ਕੁਰਸੀ ਦੀ ਲੜਾਈ ਆ। ਜੇ ਪੰਜਾਬ ਦੇ ਲੋਕਾਂ ਲਈ ਭਲਾ ਕਰਨਾ ਤਾਂ ਹਟ ਕੇ ਆਉਣਾ ਪਊਗਾ। ਵੱਡੀਆਂ ਪਾਰਟੀਆਂ ਜਾਂ ਖਾਸ ਕਰ ਦਿੱਲੀ ਦੀ ਅਗਵਾਈ ਹੈ ਜਿਹੜੀ, ਉਹ ਤਿਆਗਣੀ ਪੈਣੀ ਹੈ। ਫੇਰ ਹੀ ਲੋਕਾਂ ਦੇ ਲਈ ਸੋਚ ਸਕਦੇ ਜਾਂ ਫੇਰ ਹੀ ਲੋਕਾਂ ਦੇ ਲਈ ਕੋਈ ਸਹੀ ਫੈਸਲਾ ਲਿਆ ਜਾ ਸਕਦਾ। ਬਾਕੀ ਤਾਂ ਜਿਹੜਾ ਪਾਰਟੀ ਲੈਵਲ ਦਾ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੈ, ਚਾਹੇ ਪੰਜਾਬ ਇਕਾਈ ਦੀ ਕਰ ਲਈਏ ਜਾਂ ਹੋਰ ਕਿਤੇ ਦੀ ਗੱਲ ਕਰ ਲਈਏ, ਵੱਡੇ ਪੱਧਰ ਤੇ, ਕੌਮੀ ਪੱਧਰ ਤੇ ਵੀ ਕਾਂਗਰਸ ਨੂੰ ਜਿਹੜਾ ਹੈਗਾ ਨੁਕਸਾਨ ਝੱਲਣਾ ਪੈ ਰਿਹਾ, ਖਾਸ ਕਰ ਅਗਵਾਈ ਨੂੰ ਲੈ ਕੇ, ਨੁਮਾਇੰਦਗੀ ਨੂੰ ਲੈ ਕੇ, ਕਿ ਕਿਹੜੇ ਬੰਦੇ ਨੂੰ ਅੱਗੇ ਲਾਈਏ, ਕਿਹਨੂੰ ਮੂਹਰੇ ਕਰੀਏ। ਸੀਨੀਅਰ ਬੰਦੇ ਵੀ ਆਗੂ ਦੁਖੀ ਨੇ, ਤੇ ਜਿਹੜੇ ਨਾਲ ਜੁੜਦੇ ਨੇ ਜਾਂ ਨੌਜਵਾਨ ਨੇ ਜਿਹੜੇ ਅੱਗੇ ਆਉਣਾ ਚਾਹੁੰਦੇ ਨੇ ਉਹ ਵੀ ਦੁਖੀ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚੱਲ ਰਿਹਾ ਇੱਕ ਇਹ ਕਲਾ ਕਲੇਸ਼ ਸਿਰਫ ਕੁਰਸੀ ਕਰਕੇ ਹੀ ਆ, ਉਹ ਚੱਲਦਾ ਰਹਿਣਾ। ਮੇਰੇ ਖਿਆਲ ਨਾਲ ਜਿੱਦਾਂ ਸਿੱਧੂ ਉੱਥੋਂ ਮੁੜੇ ਨੇ ਦਿੱਲੀ ਤੋਂ, ਹੁਣ ਨਾਮੋਸ਼ੀ ਲੈ ਕੇ ਖਾਮੋਸ਼ ਨੇ, ਤਾਂ ਮੈਨੂੰ ਲੱਗਦਾ ਕਿ ਨਰਮ ਸੁਰ ਹੋਣਗੇ। ਹਾਲਾਂਕਿ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਮੈਂ ਤਾਂ ਨਿੱਜੀ ਕੰਮ ਗਿਆ ਸੀ, ਪਰ ਪਤਾ ਹੀ ਹੈ ਜਿੱਦਾਂ ਅਖਬਾਰਾਂ ਦੇ ਵਿੱਚ ਖਬਰਾਂ ਨਸ਼ਰ ਹੋਈਆਂ ਨੇ ਕਿ ਮਿਲਣ ਦਾ ਕਿਸੇ ਨੇ ਟਾਈਮ ਦਿੱਤਾ, ਤਾਂ ਦੱਸਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਕੋਈ ਬਹੁਤੀ ਵੱਡੀ ਤਵੱਜੋ ਨਹੀਂ ਦਿੱਤੀ ਜਾ ਰਹੀ। ਤਾਂ ਵੱਖਰਾ ਹੋ ਕੇ ਚੱਲਣ ਦੇ ਵਿੱਚ ਮੇਰੇ ਖਿਆਲ ਨਾਲ ਬਹੁਤ ਫਾਇਦਾ ਹੋ ਸਕਦਾ ਪੰਜਾਬ ਦਾ। ਜੀ ਬਿਲਕੁਲ। ਦੂਜੇ ਪਾਸੇ ਬਠਿੰਡੇ ਵਾਲੇ ਜਿਹੜੇ ਥਰਮਲ ਪਲਾਂਟ ਨੇ ਉਹਦੇ ਉੱਤੇ ਵੀ ਕੋਈ ਸਟੈਂਡ ਜਿਹੜਾ, ਜਾਂ ਮੱਤੇਵਾੜਾ ਜੰਗਲ ਦੇ ਉੱਤੇ ਕੋਈ ਸਟੈਂਡ ਨਜ਼ਰ ਨਹੀਂ ਆਉਂਦਾ। ਆਪਾਂ ਅਕਸਰ ਗੱਲ ਕਰਦੇ ਹਾਂ, ਹੁਣ ਥਰਮਲ ਪਲਾਂਟ ਦੀਆਂ ਚਿਮਨੀਆਂ ਢਹਿ ਢੇਰੀ ਕਰ ਦਿੱਤੀਆਂ ਗਈਆਂ। ਉੱਥੇ ਕਹਿੰਦੇ ਕੋਈ ਕੇਂਦਰ ਦੇ ਵੱਲੋਂ ਪ੍ਰੋਜੈਕਟ ਲਾਇਆ ਜਾਣਾ ਸੀਗਾ, ਉਹਦੇ ਬਾਰੇ ਹਾਲੇ ਵੀ ਕੇਂਦਰ ਵੱਲੋਂ ਕੋਈ ਹਰੀ ਝੰਡੀ ਦਿਖਾਈ ਨਹੀਂ ਗਈ।
ਬਾਵਜੂਦ ਇਸ ਦੇ ਇਹਨਾਂ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿ 1 ਰੁਪਏ ਉੱਤੇ ਜਿਹੜੀ ਠੇਕੇ ਦੇ ਉੱਤੇ ਸ਼ਾਇਦ 1 ਰੁਪਇਆ ਇਹਨਾਂ ਨੇ ਲੈਣਾ ਹੈ, ਜਿਹੜੀ ਜ਼ਮੀਨ ਉਹਨਾਂ ਨੂੰ ਦੇਣੀ ਆ ਪਟੇ ਦੇ ਉੱਤੇ। ਦੇਖੋ ਜਿਹੜੀਆਂ ਬਠਿੰਡਾ ਥਰਮਲ ਪਲਾਂਟ ਦੀ ਗੱਲ ਕਰਦੇ ਹੋ ਸੁਖਵਿੰਦਰ ਜੀ, ਤਾਂ ਉਹ 1 ਰੁਪਏ ਲੀਜ਼ ਤੇ ਦਿੱਤੀ ਆ ਜ਼ਮੀਨ। ਉਹ ਪਾਵਰ ਜਿਹੜੀ ਕਾਰਪੋਰੇਸ਼ਨ ਹੈ ਉਹਨੇ ਉਹਦੇ ਨਾਂ ਟਰਾਂਸਫਰ ਵੀ ਕਰ ਦਿੱਤੀ ਆ, ਪੁੱਡਾ ਦੇ ਨਾਂ ਤੇ ਉਹ ਜ਼ਮੀਨ। ਤੇ ਗੱਲ ਤਾਂ ਇੰਨੀ ਕੁ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਦਾਂ ਪਹਿਲਾਂ ਤੁਸੀਂ ਜ਼ਿਕਰ ਵੀ ਕੀਤਾ ਕਿ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਚਿਮਨੀਆਂ ਚੋਂ ਧੂੰਆਂ ਨਿਕਲੂਗਾ। ਕੋਈ ਬਠਿੰਡਾ ਥਰਮਲ ਜਿਹੜਾ ਸੀਗਾ ਉੱਥੇ ਟਿੱਬਿਆਂ ਦੇ ਵਿੱਚ ਰੋਸ਼ਨੀ ਕਰਨ ਦਾ ਮੰਨਿਆ ਜਾਂਦਾ ਸੀ, ਉਹਦੇ ਆਲੇ ਦੁਆਲੇ ਝੀਲਾਂ ਬਣਾਈਆਂ ਗਈਆਂ ਸੀ, ਝੀਲਾਂ ਦਾ ਸ਼ਹਿਰ ਵੀ ਇਸੇ ਕਰਕੇ ਬਣਨ ਲੱਗਿਆ ਸੀ ਬਠਿੰਡਾ। ਤੇ ਉੱਥੇ ਜਿਹੜਾ ਪ੍ਰੋਜੈਕਟ ਲਾਉਣ ਦੀ ਤਿਆਰੀ ਤੁਸੀਂ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਇਹ ਹੈ ਕਿ ਉਹ ਬਲਕ ਡਰੱਗ ਪਾਰਕ ਬਣਾਉਣਾ ਉੱਥੇ। ਉਹਦੇ ਤੇ ਤਿੰਨ ਸਟੇਟਾਂ ਚੁਣੀਆਂ ਸੀਗੀਆਂ, 3 ਸਟੇਟਾਂ ਦੇ ਵਿੱਚ ਬਣਾਉਣਾ ਸੀਗਾ ਉਹ। ਪਰ ਫਿਲਹਾਲ ਜਿਹੜਾ ਹੈਗਾ ਉਹਦੇ ਬਾਰੇ ਕੇਂਦਰ ਵੱਲੋਂ ਕੋਈ ਏਡੀ ਇਹਨਾਂ ਨੂੰ ਪੁਸ਼ਟੀ ਨਹੀਂ ਕਰ ਦਿੱਤੀ ਗਈ ਜਾਂ ਅਧਿਕਾਰ ਨਹੀਂ ਦੇ ਦਿੱਤਾ ਗਿਆ ਕਿ ਤੁਸੀਂ ਉੱਥੇ ਬਣਾ ਲਓ, ਲਾ ਲਓ। ਲੇਕਿਨ ਉਹ ਤੋਂ ਪਹਿਲਾਂ ਜਿਹੜੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਚਿਮਨੀਆਂ ਢਹਿ ਢੇਰੀ ਕਰ ਦਿੱਤੀਆਂ। ਹਾਲਾਂਕਿ 737 ਕਰੋੜ ਰੁਪਇਆ ਨਵੀਨੀਕਰਨ ਵਾਸਤੇ ਖਰਚਿਆ ਗਿਆ ਸੀਗਾ ਇਹਦੇ ਤੇ, ਜਿਹਨੂੰ ਹੁਣ ਸਾਰੀ ਮਸ਼ੀਨਰੀ ਵਗੈਰਾ 164 ਕਰੋੜ ਰੁਪਏ ਦੀ ਕਹਿੰਦੇ ਠੇਕਾ ਦੇਤਾ, ਵੇਚਤੀ ਆ ਉਹ ਸਾਰਾ ਕੁਛ ਹੀ। 164 ਤੋਂ ਇੰਨਾ ਕਰੋੜਾਂ ਰੁਪਇਆ ਇਹਨੇ ਨਵੀਨੀਕਰਨ ਵਾਸਤੇ ਵਰਤਿਆ ਗਿਆ ਤੇ ਬੇਰੁਜ਼ਗਾਰੀ ਉੱਥੇ ਫੈਲੇਗੀ। ਹੁਣ ਦੂਜਾ ਬਿਜਲੀ ਦਾ ਐਡਾ ਵੱਡਾ ਪ੍ਰੋਜੈਕਟ ਸੀਗਾ ਉਹ ਜਿਹੜਾ ਉਹ ਖਤਮ ਹੋਇਆ। ਤਾਂ ਮਤਲਬ ਇਹ ਐਡਾ ਵੱਡਾ ਪੰਜਾਬ ਦਾ ਇੱਕ ਨੁਕਸਾਨ ਕੀਤਾ ਇਹਨਾਂ ਨੇ, ਸਰਕਾਰਾਂ ਨੇ ਆਪਣੇ ਭਾਈਵਾਲੀਆਂ ਨਿਭਾਉਣ ਲਈ ਕਹਿ ਦੋ, ਤੇ ਨਿੱਜੀ ਕੰਪਨੀਆਂ ਨੂੰ ਜ਼ਮੀਨ ਦੇ ਰਹੇ ਨੇ। ਉਹ ਵੀ ਤਾਂ ਉੱਥੇ ਜਿਹੜੀਆਂ ਕੰਪਨੀਆਂ ਆਉਣਗੀਆਂ ਉਹ ਕਿਹੜਾ ਸਰਕਾਰ ਦੇ ਨਿਯੰਤਰਣ ਵਾਲੀਆਂ ਨੇ ਜਿਨ੍ਹਾਂ ਨੇ ਡਰੱਗ ਪਾਰਕ ਲਾਉਣੇ ਨੇ? ਨਿੱਜੀ ਕੰਪਨੀਆਂ ਨੇ ਇਹਨਾਂ ਨੂੰ 33 ਸਾਲ ਵਾਸਤੇ 1 ਰੁਪਇਆ ਲੀਜ਼ ਤੇ ਦਿੱਤਾ ਹੈ, ਤੇ ਉਹ ਲੀਜ਼ 99 ਸਾਲ ਵਾਸਤੇ ਵੱਧ ਵੀ ਸਕਦੀ ਹੈ ਅੱਗੇ। ਤੇ ਪ੍ਰੋਜੈਕਟ ਲੱਗਣਾ ਜਾਂ ਨਹੀਂ ਲੱਗਣਾ ਹਾਲੇ ਕੁਛ ਨਹੀਂ ਪਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਭੋਗ ਕੇ ਪੰਜਾਬ ਦਾ ਪੈਸਾ ਜਿਹੜਾ ਉਹਦਾ ਖਜ਼ਾਨਾ ਖਾਲੀ ਆ। ਤੇ ਜੇ ਸਰਕਾਰ ਏਦਾਂ ਦੇ ਨਵੀਨੀਕਰਨ ਉੱਤੇ ਸੈਂਕੜੇ ਕਰੋੜਾਂ ਰੁਪਇਆ ਖਰਚ ਸਕਦੀ ਆ, ਤੇ ਜੇ ਉਹ ਸੈਂਕੜੇ ਕਰੋੜਾਂ ਰੁਪਇਆ ਪਤਾ ਸੀ ਕਿ ਪ੍ਰੋਜੈਕਟ ਏਦਾਂ ਦੇ ਲੈ ਕੇ ਆਉਣੇ ਜਾਂ ਸਾਡੇ ਪਾਸ ਤੇ ਏਦਾਂ ਦੇ ਪ੍ਰੋਜੈਕਟ ਨਹੀਂ ਹੈਗੇ, ਜੇ ਦੂਰਅੰਦੇਸ਼ੀ ਨਾਲ ਸੋਚਦੇ ਇਹ, ਤਾਂ ਉਹੀ ਪੈਸਾ ਜਿਹੜਾ ਹੈ ਕਿਸੇ ਹੋਰ ਕੰਮ ਜਾਂ ਕਿਸਾਨਾਂ ਦੇ ਕਰਜ਼ੇ ਲਾਉਣ ਵਾਸਤੇ ਜਾਂ ਪੰਜਾਬ ਦਾ ਕਰਜ਼ਾ ਲਾਉਣ ਵਾਸਤੇ ਹੀ ਵਰਤ ਲਿਆ ਜਾਂਦਾ। ਉਹਨਾਂ ਚੀਜ਼ਾਂ ਨੂੰ ਨਹੀਂ ਗੌਲਦੇ ਜਾਂ ਦੂਰਅੰਦੇਸ਼ੀ ਨਾਲ ਨਹੀਂ ਚੱਲਦੇ। ਜੋ ਆ ਗਿਆ ਪੈਸਾ, ਖਾਣ ਦੀਆਂ ਵੀ ਸਕੀਮਾਂ ਹੁੰਦੀਆਂ ਨੇ ਵਿੱਚ, ਜਿਹੜਾ ਸਾਰਾ ਕੁਛ ਲਾ ਦਿੰਦੇ ਆ। ਉਹਨਾਂ ਦੇ ਤਹਿਤ ਹੀ ਜਿਹੜੀਆਂ ਯੋਜਨਾਵਾਂ ਨੂੰ ਮਲੀਆ ਮੇਟ ਕੀਤਾ ਜਾਂਦਾ ਤੇ ਮਿੱਟੀ ਦੀ ਢੇਰੀ ਬਣ ਕੇ ਰਹਿ ਗਿਆ ਉੱਥੇ ਪ੍ਰੋਜੈਕਟ। ਦੂਜੇ ਪਾਸੇ ਮੱਤੇਵਾਲ ਜਿਹੜੀ ਜੰਗਲ ਦੀ ਗੱਲ ਕੀਤੀ ਹੈ, ਉੱਥੇ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਦਖਲਅੰਦਾਜ਼ੀ ਕੀਤੀ ਗਈ ਹੈ ਕਿ ਜੰਗਲ ਬਚਾਉਣ ਦੇ ਲਈ ਕੀ ਕੀ ਕਰਿਆ ਜਾ ਸਕਦਾ ਹੈ, ਕੀ ਕੀ ਰਿਪੋਰਟਾਂ ਨੇ ਉੱਥੇ, ਕਿੰਨਾ ਕੁ ਵਾਤਾਵਰਨ ਨੂੰ ਨੁਕਸਾਨ ਹੋਣਾ, ਜਿਹੜਾ ਇੰਡਸਟਰੀ ਦਾ ਲੱਗਣਾ ਹੈ ਉਹ ਕੱਪੜਾ ਦੀ ਹੈ ਜਾਂ ਹੋਰ ਹੈ ਤਾਂ ਉਹਦੇ ਨਾਲ ਕੀ ਫਰਕ ਪਊਗਾ। ਉੱਥੇ ਚਿੱਠੀ ਸੀਗੀ, ਪਟੀਸ਼ਨ ਪਾਈ ਸੀ PMO ਦਫ਼ਤਰ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਕੇ, ਤਾਂ ਉਹ ਹੁਣ ਰਿਪੋਰਟਾਂ ਮੰਗੀਆਂ ਗਈਆਂ ਨੇ, ਸਰਕਾਰ ਤੋਂ ਵੀ ਮੰਗੀਆਂ ਗਈਆਂ ਨੇ। ਜਿਹੜੇ ਅੱਗੇ ਇੱਥੇ ਵਾਤਾਵਰਨ ਪ੍ਰੇਮੀ ਸੀਗੇ ਉਹਨਾਂ ਤੋਂ ਵੀ ਮੰਗੀਆਂ ਗਈਆਂ ਨੇ ਰਿਪੋਰਟਾਂ ਸਾਰੀਆਂ। ਹੁਣ ਦੇਖੋ ਫੈਸਲਾ ਕੀ ਬਣਦਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿ ਮੁੱਤੇਵਾਲ ਜੰਗਲ ਜਿਹੜੇ ਹੈਗੇ ਨੇ ਉਹ ਬਚਦੇ ਨੇ ਜਾਂ ਉੱਥੇ ਫਿਰ ਨਿੱਜੀ ਕੰਪਨੀਆਂ ਵੱਲੋਂ ਇੰਡਸਟਰੀ ਸਵਾਰ ਕੇ ਪੰਜਾਬ ਦੇ ਵਾਤਾਵਰਨ ਨੂੰ ਫਿਰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਬਿਲਕੁਲ, ਪਰ ਜਿਸ ਤਰ੍ਹਾਂ ਦੇ ਪਿਛਲੇ ਕੁਝ ਸਮੇਂ ਦੇ ਵਿੱਚ ਫੈਸਲੇ ਸਰਕਾਰਾਂ ਵੱਲੋਂ ਲਏ ਜਾ ਰਹੇ ਨੇ ਕਿ ਸਾਰਾ ਕੁਝ ਨਿੱਜੀ ਕੰਪਨੀਆਂ ਜਾਂ ਨਿੱਜੀ ਕਾਰੋਬਾਰੀਆਂ ਦੇ ਹੱਥ ਵਿੱਚ ਦਿੱਤਾ ਜਾ ਰਿਹਾ ਹੈ, ਉਮੀਦ ਨਹੀਂ ਲੱਗਦੀ ਕਿ ਮੱਤੇਵਾੜਾ ਜੰਗਲ ਦੇ ਮਸਲੇ ਦੇ ਵਿੱਚ ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਆਖਰੀ ਖਬਰ ਜਿਹੜੀ ਪਰਮਿੰਦਰ ਜੀ, ਉਹ ਸੀ ਵੋਟਰ ਦੇ ਜਿਹੜੇ ਨਤੀਜੇ ਤੁਸੀਂ ਵੀ ਦੇਖੇ ਹੋਣੇ ਕਿ ਪੰਜਾਬ ਤੇ UP ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਉਹਨਾਂ ਨੇ ਦਿਖਾਏ ਨੇ ਕਿ ਪੰਜਾਬ ਦੇ ਵਿੱਚ ਇਕੱਲੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਪਹਿਲੇ ਤੇ ਦੂਜੇ ਤੇ, ਕਾਂਗਰਸ ਤੇ ਤੀਜੇ ਤੇ, ਅਕਾਲੀ ਦਲ ਨੂੰ ਰੱਖਿਆ ਉਹਨਾਂ ਨੇ, BJP ਨੂੰ 1 ਅੱਧੀ ਸੀਟ ਦੀ ਗੱਲ ਕੀਤੀ ਆ। ਉਧਰ UP ਦੇ ਵਿੱਚ ਕਹਿੰਦੇ BJP ਦੀ ਸਰਕਾਰ ਬਣ ਸਕਦੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਕਿ ਚੋਣਾਂ ਤੋਂ ਪਹਿਲਾਂ ਨਤੀਜੇ ਜਿਹੜੇ ਨੇ ਇੱਕ ਤਰੀਕੇ ਨਾਲ ਚੋਣ ਸਰਵੇਖਣ ਦੇ ਰਾਹੀਂ ਦੱਸੇ ਜਾ ਰਹੇ ਨੇ ਤਾਂ ਕਿ ਇੱਕ ਬੈਲੈਂਸ ਜਿਹਾ ਬਣਾਇਆ ਜਾਵੇ? ਸੁਖਵਿੰਦਰ ਜੀ, ਚੋਣ ਸਰਵੇਖਣਾਂ ਦਾ ਬਹੁਤ ਵੱਡਾ ਕਹਿ ਲਓ ਕਿ ਜਿਹਨਾਂ ਦੇ ਨਤੀਜੇ ਜਾਂ ਸਿੱਟੇ ਜਿਹੜੇ ਕੱਢ ਲਏ ਜਾਂਦੇ ਨਾ, ਉਹਨਾਂ ਦਾ ਬੜਾ ਵੱਡਾ ਕਾਰਨ ਔਰ ਇਫੈਕਟ ਪੈਂਦਾ। ਉਹ ਜਿਹੜੇ ਨਤੀਜੇ ਨੇ ਮੂਵਮੈਂਟ ਹੁੰਦੀ ਹੈ, ਜਿੱਦਾਂ ਕਹਿ ਲਓ ਕਿਸੇ ਵੀ ਸਟੇਟ ਦੀ, ਜਾਂ ਲੋਕਾਂ ਨੂੰ ਨਾਲ ਜੋੜਨ ਦੀ, ਜਾਂ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਜਿਹੜਾ ਘਰ ਕਰਦੀ ਹੈ ਕੋਈ ਗੱਲ ਜਾਂ
किस तरह की मूवमेंट उदां फैलाई जाती है कि आह चीज सामने आउणी है तो ਇਹਦੇ ਪੱਖ 'ਚ ਵੀ फैसला ਦਿਓ, ਇਹਦੇ ਪੱਖ 'ਚ ਹੀ फैसला ਦਈਏ ਤਾਂ ਹੀ ਸਾਡਾ ਭਲਾ ਹੁੰਦਾ। ਸੋ ਜਿਹੜਾ 3-4 ਸਟੇਟਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਬਾਕੀ ਸਟੇਟਾਂ ਦੇ ਵਿੱਚ ਤਾਂ ਬੀਜੇਪੀ ਦੇ ਝੰਡੇ ਕੱਢਣੇ ਆ ਜਿੱਤ ਦੇ, ਤੇ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜਾ ਹੈਗਾ ਉਹ ਕਿਰਕਰੀ ਹੋ ਗਈ ਆ। ਪੰਜਾਬ ਦੇ ਵਿੱਚ ਗ੍ਰਾਫ ਡਿੱਗਿਆ ਹੋਇਆ ਬੀਜੇਪੀ ਦਾ, ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਅੱਗੇ ਕੀਤਾ ਗਿਆ ਤੇ ਕਾਂਗਰਸ ਔਰ ਅਕਾਲੀ ਦਲ ਪਿੱਛੇ ਰਹਿ ਗਏ ਆ ਦੂਜੇ ਤੀਜੇ ਨੰਬਰ ਤੇ। ਇਹਦੇ ਵਿੱਚ ਇਹ ਗੱਲ ਦੇਖਣ ਵਾਲੀ ਵੀ ਹੈਗੀ ਹੈ ਕਿ ਜਿਹੜੀ ਆਹ ਏਦਾਂ ਦੇ ਸਰਵੇਖਣ ਹੁੰਦੇ ਨੇ ਅਕਸਰ ਇਹ ਫੇਲ ਹੀ ਹੁੰਦੇ ਨੇ ਜ਼ਿਆਦਾਤਰ, ਪਰ ਲੋਕਾਂ ਦੇ ਵਿੱਚ ਇੱਕ ਹਵਾ ਬਣਾਉਣੀ ਜਿਹੜੀ ਹੈਗੀ ਆ ਉਹ ਐ ਕਹਿ ਸਕਦੇ ਆ ਕਿ ਆਪਾਂ ਉਹਦੇ ਵਿੱਚ ਬਹੁਤ ਸਹਾਈ ਹੋ ਜਾਂਦੇ ਨੇ। ਭਾਜਪਾ ਜਿਹੜੀ 3-4 ਸਟੇਟਾਂ ਦੇ ਵਿੱਚ ਕਿਹਾ ਕਿ ਜਿੱਤ ਤਾਂ ਦਰਜ ਕਰ ਰਹੀ ਹੈ, ਉਹ ਇਹੀ ਹੈ ਕਿ ਪੰਜਾਬ ਨੂੰ ਛੱਡ ਦਿਓ, ਤੁਸੀਂ ਪੰਜਾਬ ਵਾਲੇ ਪਾਸੇ ਨਾ ਧਿਆਨ ਦਿਓ, ਉੱਥੋਂ ਦੇ ਕਿਸਾਨ ਬੈਠੇ ਨੇ ਜਾਂ ਉੱਥੇ ਹੀ ਰੌਲਾ ਹੈ ਖੇਤੀ ਕਾਨੂੰਨਾਂ ਦਾ, ਬਾਕੀ ਸਾਰੇ ਕਿਤੇ ਠੀਕ ਹੈ। ਜਿੱਦਾਂ ਵੈਸੇ ਵੀ ਸੋਸ਼ਲ ਮੀਡੀਆ ਤੁਸੀਂ ਦੇਖੋਗੇ ਨਾ, ਉਹਦੇ ਵਿੱਚ ਹੁਣ ਕੀ ਹੋ ਰਿਹਾ ਹੈ ਕਿ ਕੁਝ ਕੁ ਬੰਦੇ ਏਦਾਂ ਦੀਆਂ ਪੋਸਟਾਂ ਪਾ ਰਹੇ ਨੇ ਜਿਨ੍ਹਾਂ ਐ ਕਹਿ ਲਓ ਕਿ ਆਈਟੀ ਸੈੱਲ ਹੋਣਗੇ ਉਹ ਇਹਨਾਂ ਦੇ ਬੀਜੇਪੀ ਦੇ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਹ ਫਲਾਣੀ ਪਾਰਟੀ, ਇਹ ਫਲਾਣੀ ਪਾਰਟੀ, ਇਹ ਫਲਾਣੀ ਪਾਰਟੀ, ਇਹ ਸਾਰੇ ਬੀਜੇਪੀ ਨੂੰ ਹਰਾਉਣ ਲਈ ਤੁਲੇ ਹੋਏ ਨੇ। ਲੇਕਿਨ ਉੱਥੇ ਕੀ ਛੱਡਿਆ ਜਾ ਰਿਹਾ ਕਿ ਹਿੰਦੂ ਭਾਈਚਾਰੇ ਦਾ ਨਾਂ ਲੈ ਕੇ 100 ਕਰੋੜ ਹਿੰਦੂ ਜਿਹੜਾ ਹੈਗਾ ਉਹ ਨਹੀਂ ਹਾਰਨ ਦਊਗਾ ਬੀਜੇਪੀ। ਜਾਣੀ ਕਿ ਉਹ 1-2 ਸਟੇਟਾਂ ਛੱਡ ਕੇ 2004 ਸਟੇਟਾਂ ਛੱਡ ਕੇ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਹਵਾ ਬਣਾ ਰਹੇ ਆ ਕਿ ਬੀਜੇਪੀ ਦੀ ਹਵਾ ਬਣ ਜੇ। ਉਹਨਾਂ ਨੂੰ ਐਂ ਲੱਗੇ ਕਿ ਜੋ ਇੱਕ ਸਟੇਟ ਹਾਰ ਰਹੀ ਹੈ ਤਾਂ ਕਿ ਇਹ 4 ਸਟੇਟਾਂ ਨਾਲ ਹੋਰ ਆ ਰਹੀਆਂ ਨੇ। ਉਹ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਵਿੱਢੀ ਹੋਈ ਆ ਕਿ ਇਹ ਹਵਾ ਬਣਾਈ ਜਾਵੇ ਕਿ ਬੀਜੇਪੀ ਦਾ ਦੁਬਾਰੇ ਰਾਜ ਆ ਰਿਹਾ ਤੇ 2024 ਤੱਕ ਇਹ ਜਿਹੜਾ ਇਹ ਮੂਵਮੈਂਟ ਜਿਹੜੀ ਹੈਗੀ ਆ, ਇਹ ਹਵਾ ਜਿਹੜੀ ਹੈਗੀ ਆ ਬੀਜੇਪੀ ਦੇ ਹੱਕ ਵਿੱਚ ਹੋ ਜੇ ਤੇ ਭੁਗਤ ਜੇ ਲੋਕ ਉਧਰ ਭੁਗਤ ਲੈਣ, ਔਰ ਹਿੰਦੂਤਵ ਦਾ ਏਜੰਡਾ ਜਾਂ ਹਿੰਦੂ ਭਾਈਚਾਰੇ ਦਾ ਨਾਂ ਲੈ ਕੇ ਜਿਹੜੇ ਪਹਿਲਾਂ ਵੀ ਵੋਟਾਂ ਹਾਸਲ ਕੀਤੀਆਂ ਨੇ ਹੁਣ ਵੀ ਵੋਟਾਂ ਹਾਸਲ ਕਰਕੇ ਸੈਂਟਰ ਦੇ ਵਿੱਚ ਫਿਰ ਬੀਜੇਪੀ ਨੂੰ ਲਿਆਉਣ ਦੀ ਕੋਸ਼ਿਸ਼ ਹੈ। ਜੀ ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ। ਸ਼ੁਕਰੀਆ ਜੀ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਲੋਕ ਇਹਨਾਂ ਚੋਣ ਸਰਵੇਖਣਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਪੱਛਮੀ ਬੰਗਾਲ ਦੇ ਨਤੀਜੇ ਆਉਣ ਤੋਂ ਪਹਿਲਾਂ ਵੀ ਇਹੋ ਜਿਹੇ ਸਰਵੇਖਣ ਸਾਹਮਣੇ ਆਉਂਦੇ ਸੀ ਕਿ ਉੱਥੇ ਬੀਜੇਪੀ ਦੀ ਸਰਕਾਰ ਬਣ ਜਾਣੀ ਆ, ਪਰ ਜਦੋਂ ਮਮਤਾ ਬੈਨਰਜੀ ਦੀ ਸਰਕਾਰ ਬਣੀ ਤਾਂ ਕਿਤੇ ਠੱਲ ਲੱਗੀ। ਜਿਹੜੇ ਬੀਜੇਪੀ ਦੇ ਨੁਮਾਇੰਦੇ ਜਾਂ ਪ੍ਰਧਾਨ ਮੰਤਰੀ ਸਾਹਿਬ ਅਮਿਤ ਸ਼ਾਹ ਉਹਨਾਂ ਦਾ ਜਿੰਨਾ ਜ਼ੋਰ ਉੱਥੇ ਲੱਗਿਆ ਸੀ, ਹੁਣ ਜਦੋਂ ਪੰਜਾਬ ਜਾਂ ਬਾਕੀ ਸੂਬਿਆਂ ਦੇ ਵਿੱਚ ਚੋਣਾਂ ਦੀ ਗੱਲ ਹੁੰਦੀ ਹੈ ਤਾਂ ਜਿਨ੍ਹਾਂ ਨੇ ਵੋਟਾਂ ਪਾਣੀਆਂ ਉਹ ਬਖੂਬੀ ਜਾਣਦੇ ਨੇ ਕਿ ਉਹਨਾਂ ਨੇ ਆਪਣੇ ਉਮੀਦਵਾਰ ਕਿਹੜੇ ਚੁਣਨੇ। ਵਿਚਾਰ ਕਮੈਂਟ ਜ਼ਰੂਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ।